ਹੈਲੋ एवरीवन ਵੈਲਕਮ ਬੈਕ ਟੂ ਯਰ ਔਨ ਚੈਨਲ ਸਾਇੰਟੀਆ। ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਐਂਡ ਤੁਹਾਡੀ ਪ੍ਰਿਪਰੇਸ਼ਨ ਕੰਪੀਟੀਟਿਵ ਐਗਜ਼ਾਮਸ ਦੀ ਅੱਛੀ ਚੱਲ ਰਹੀ ਹੈ। ਹਾਂਜੀ, ਆਪਾਂ ਕੱਲ ਹੀ ਇਹ ਚੈਪਟਰ ਕੰਪਲੀਟ ਕੀਤਾ ਫੋਰਸ ਐਂਡ ਲਾਜ਼ ਆਫ ਮੋਸ਼ਨ। ਆਈ ਹੋਪ ਤੁਸੀਂ ਦੇਖ ਚੁੱਕੇ ਹੋ, ਕੰਪਲੀਟ ਕਰ ਚੁੱਕੇ ਹੋ। ਐਂਡ ਅਗਰ ਤੁਸੀਂ ਉਹ ਕਰ ਚੁੱਕੇ ਹੋ ਤਾਂ ਅੱਜ ਆਪਾਂ ਉਸਦੇ MCQ ਕਰਾਂਗੇ ਐਂਡ ਤੁਸੀਂ ਪਹਿਲਾਂ ਖੁਦ ਸੋਲਵ ਕਰਨੇ ਆ। ਹਮੇਸ਼ਾ ਦੀ ਤਰ੍ਹਾਂ ਟੌਪ 10 MCQs ਰੱਖਾਂਗੇ ਐਂਡ ਪ੍ਰੋਪਰ ਵੇ ਦੇ ਨਾਲ ਅਗਰ ਤੁਸੀਂ ਚੈਪਟਰ ਕੀਤਾ ਹੋਇਆ ਤਾਂ ਤੁਸੀਂ ਈਜ਼ਲੀ MCQ ਨੂੰ ਸੋਲਵ ਕਰ ਪਾਓਗੇ। ਕਲੀਅਰ, ਐਗਜ਼ਾਮ ਪੁਆਇੰਟ ਆਫ ਵਿਊ ਨਾਲ ਇੰਪੋਰਟੈਂਟ ਨੇ। ਸਟਾਰਟ ਕਰਦੇ ਹਾਂ ਆਪਣੇ ਫਸਟ MCQ ਤੋਂ। ਫਸਟ MCQ ਦੇਖੋ ਕੀ ਹੈ। ਦ ਲੀਨੀਅਰ ਮੋਮੈਂਟਮ of an object is 250 gram centimeter per second. If the velocity of the object 5 meter per second, then the mass of the object. ਮਾਸ ਆਪਾਂ ਕੀ ਹੈ ਪਤਾ ਕਰਨਾ ਹੈ। ਇਹਦਾ ਮਤਲਬ ਵੈਲੋਸਿਟੀ ਤੁਹਾਨੂੰ 5 ਮੀਟਰ ਪਰ ਸੈਕਿੰਡ ਦਿੱਤੀ ਹੋਈ ਹੈ। ਹੁਣ ਦੇਖੋ ਇਹਨੂੰ ਆਪਾਂ ਕੀ ਕਰਾਂਗੇ, ਇੱਧਰ ਵਾਲੀ ਯੂਨਿਟ ਸੈਂਟੀਮੀਟਰ ਹੈ ਮੋਮੈਂਟਮ ਦੀ, ਇਹਨੂੰ ਵੀ ਸੈਂਟੀਮੀਟਰ ਦੇ ਵਿੱਚ ਕਨਵਰਟ ਕਰਾਂਗੇ ਕਿਉਂਕਿ ਜਾਂ ਇਹਨੂੰ ਮੀਟਰ 'ਚ, ਮਤਲਬ ਸੇਮ ਯੂਨਿਟਸ ਹੋਣੀਆਂ ਚਾਹੀਦੀਆਂ। ਤਾਂ ਇਸ ਨੂੰ ਆਪਾਂ ਕੀ ਕਰ ਲਾਂਗੇ 500 ਸੈਂਟੀਮੀਟਰ ਪਰ ਸੈਕਿੰਡ ਬਣ ਗਿਆ। ਮੀਟਰ ਨੂੰ ਸੈਂਟੀਮੀਟਰ 'ਚ ਕਰੋਗੇ 100 ਨਾਲ ਮਲਟੀਪਲਾਈ। ਦੈਨ ਮੋਮੈਂਟਮ ਆਪਾਂ ਨੂੰ ਕਿੰਨਾ ਦਿੱਤਾ ਹੈ 250 ਗ੍ਰਾਮ ਸੈਂਟੀਮੀਟਰ ਪਰ ਸੈਕਿੰਡ। ਹੁਣ ਦੇਖੋ ਮੋਮੈਂਟਮ ਦਾ ਫਾਰਮੂਲਾ ਕਿੰਨਾ, ਮਾਸ ਇਨਟੂ ਵੈਲੋਸਿਟੀ। ਮਾਸ ਪਤਾ ਕਰਨਾ, ਮਾਸ ਇੱਕ ਸਾਈਡ ਰਹਿ ਜਾਊਗਾ, ਮੋਮੈਂਟਮ ਬਾਏ ਵੈਲੋਸਿਟੀ ਆ ਜਾਊਗਾ। ਮੋਮੈਂਟਮ ਕਿੰਨੀ ਹੈ 250, ਵੈਲੋਸਿਟੀ ਕਿੰਨੀ ਆਪਣੇ ਕੋਲ 500, ਕਿੰਨਾ ਆ ਗਿਆ 1/2 ਮੀਨਸ 0.5 ਗ੍ਰਾਮ। ਯੂਨਿਟਸ ਇੰਪੋਰਟੈਂਟ ਨੇ, ਦੇਖੋ ਸੇਮ ਯੂਨਿਟਸ ਆਪਸ਼ਨਸ ਸੇਮ ਨੇ, ਮਤਲਬ 0.55 0.55, ਬਟ ਪਿੱਛੇ ਵਾਲੀਆਂ ਚੀਜ਼ਾਂ ਕੀ ਨੇ ਡਿਫਰੈਂਟ। ਤਾਂ ਇਸ ਦਾ ਆਨਸਰ ਕੀ ਆ ਗਿਆ ਆਪਸ਼ਨ A 0.5 ਗ੍ਰਾਮ। ਕਲੀਅਰ। ਸੈਕਿੰਡ MCQ ਦੀ ਗੱਲ ਕਰਦੇ ਹਾਂ। If the mass of the body is doubled and velocity become half, the linear momentum will be। देखो क्वेश्चन देखो, कहते अगर मैं मास ਨੂੰ डबल करदा, ठीक है, मतलब 2m ਲੈ ਲਓ, ਵੈਲੋਸਿਟੀ ਕਿੰਨੀ ਹੈ ਆਪਣੇ ਕੋਲ ਹਾਫ, ਲੀਨੀਅਰ ਮੋਮੈਂਟਮ ਫਾਰਮੂਲਾ ਕੀ ਸੀ mv, ਮਾਸ ਕਰ ਦਿਓ ਡਬਲ, ਵੈਲੋਸਿਟੀ ਕਰ ਦਿਓ ਹਾਫ v, कैंसल हो जाऊगा, कितना रह गया mv रह जाऊगा, रिमेन द सेम। ऑप्शन बी की होगी करैक्ट। क्लीयर। नैक्सट आप गल करांगे थर्ड MCQ दी। अकॉर्डिंग टू सैकेंड लॉ ऑफ मोशन, सैकेंड लॉ ऑफ मोशन मैं करवाया सीगा, द एक्सेलरेशन ऑफ एन ऑब्जेक्ट इज़ डायरैक्टली प्रपोर्शनल टू वॉट। कहते एक्सेलरेशन किस दे डायरैक्टली प्रपोर्शनल होंदी है अकॉर्डिंग टू सैकेंड लॉ ऑफ मोशन। देखो सैकेंड ला की होंगे अपने को F इज़ इक्वल टू ma। ਇਹਦਾ ਮਤਲਬ ਆ ਐਕਸਲੇਸ਼ਨ ਹੈ, ਇਹ ਕਿਸ ਦੇ ਡਾਇਰੈਕਟਲੀ ਪ੍ਰਪੋਰਸ਼ਨਲ ਹੈ ਫੋਰਸ ਦੇ। ਹੁਣ ਆਪਸ਼ਨ ਚੈੱਕ ਕਰ ਲਓ, ਮਾਸ ਦੇ 9, ਇਨ ਰਸ਼ੀਆ ਦੇ 9, ਅਪਲਾਈਡ ਫੋਰਸ ਦੇ। ਤਾਂ ਇਸ ਦਾ ਕਰੈਕਟ ਆਨਸਰ ਕੀ ਹੋ ਗਿਆ ਆਪਸ਼ਨ C ਬਿਲਕੁਲ ਕਰੈਕਟ ਹੋ ਜਾਊਗਾ। ਨੈਕਸਟ ਆਪਾਂ ਗੱਲ ਕਰਾਂਗੇ ਫੋਰਥ MCQ ਦੀ। ਅਕੋਰਡਿੰਗ ਟੂ ਥਰਡ ਲਾ ਆਫ ਮੋਸ਼ਨ ਐਵਰੀ ਐਕਸ਼ਨ ਹੈਜ਼ ਐਨ ਇਕੁਅਲ ਐਂਡ ਓਪੋजिट ਰਿਐਕਸ਼ਨ। ਇਹ ਮੈਂ ਤੁਹਾਨੂੰ ਕਰਵਾਇਆ ਸੀਗਾ। ਵਟ ਡਜ਼ ਦਿਸ ਮੀਨ, ਇਹਦਾ ਕੀ ਮਤਲਬ ਹੈ। ਦ ਰਿਐਕਸ਼ਨ ਆਫ ਫੋਰਸ ਇਜ਼ ਆਲਵੇਜ਼ ਇਕੁਅਲ ਇਨ ਮੈਗਨੀਟਿਊਡ, ਦ ਐਕਸ਼ਨ ਐਂਡ ਰਿਐਕਸ਼ਨ ਫੋਰਸ ਐਕਟ ਔਨ ਦ ਡਿਫਰੈਂਟ ਓਬਜੈਕਟਸ, ਦ ਰਿਐਕਸ਼ਨ ਫੋਰਸ ਆਲਵੇਜ਼ ਐਕਟ ਇਨ ਦ ਓਪੋजिट ਡਾਇਰੈਕਸ਼ਨ ਜਾਂ all of the above। ਤਾਂ ਦੇਖੋ ਇਸ ਦਾ ਕੀ ਆਊਗਾ all of the above D, ਕਿਉਂਕਿ ਜਦੋਂ ਥਰਡ ਲਾ ਇਹ ਆਪ ਹੀ ਦੱਸ ਰਹੇ ਨੇ ਇਕੁਅਲ ਵੀ ਹੋਊਗਾ, ਇਕੁਅਲ ਹੋਊਗਾ ਮੈਗਨੀਟਿਊਡ ਦੇ ਵਿੱਚ, ਓਬਵੀਅਸਲੀ ਇਕੁਅਲ ਫੋਰਸ ਲੱਗਦੀ ਹੈ। ਓਪੋजिट ਡਾਇਰੈਕਸ਼ਨ ਹੋਊਗੀ, ਓਬਵੀਅਸਲੀ ਓਪੋजिट ਡਾਇਰੈਕਸ਼ਨ ਹੋਊਗੀ, ਅਤੇ ਐਕਸ਼ਨ ਅਤੇ ਰਿਐਕਸ਼ਨ ਫੋਰਸ ਐਕਟ ਔਨ ਡਿਫਰੈਂਟ ਆਬਜੈਕਟ, ਸਾਰੇ ਠੀਕ ਨੇ। ਤਾਂ ਇਸ ਕੁਐਸਚਨ ਦਾ ਰਾਈਟ ਆਨਸਰ ਕੀ ਹੋ ਜਾਊਗਾ ਆਪਸ਼ਨ D ਹੋ ਜਾਊਗਾ। ਕਲੀਅਰ। ਨੈਕਸਟ ਆਪਾਂ ਗੱਲ ਕਰਾਂਗੇ ਫਿਫਥ MCQ ਦੀ। ਵਟ ਆਰ ਦ ਕੰਪੋਨੈਂਟਸ ਰਿਕੁਆਇਰਡ ਟੂ ਕੈਲਕੂਲੇਟ ਦ ਮੋਮੈਂਟਮ ਆਫ ਦ ਬੋਡੀ। ਕਹਿੰਦੇ ਕਿਹੜੇ ਕਿਹੜੇ ਆਪਾਂ ਨੂੰ ਕੰਪੋਨੈਂਟ ਚਾਹੀਦੇ ਨੇ ਮੋਮੈਂਟਮ ਨੂੰ ਕੈਲਕੂਲੇਟ ਕਰਨ ਲਈ। ਹੁਣੇ ਮੈਂ ਤੁਹਾਨੂੰ MCQ ਨੂਮੈਰੀਕਲ ਕੀਤਾ ਸੀਗਾ, ਜਿਸ ਦੇ ਵਿੱਚ ਆਪਾਂ ਮੋਮੈਂਟਮ ਦਾ ਕੀ ਕਰਦੇ ਹਾਂ ਫਾਰਮੂਲਾ ਕਰਦੇ ਹਾਂ। ਦੇਖੋ ਮੋਮੈਂਟਮ ਕੀ ਹੁੰਦਾ ਆਪਣੇ ਕੋਲ, ਮਾਸ ਇਨਟੂ ਵੈਲੋਸਿਟੀ। ਤਾਂ ਇਹ ਮਾਸ ਵੀ ਇੱਕ ਕੰਪੋਨੈਂਟ ਹੋ ਗਿਆ ਇਹਨੂੰ ਕੈਲਕੂਲੇਟ ਕਰਨ ਲਈ, ਵੈਲੋਸਿਟੀ ਵੀ। ਤਾਂ ਆਪਸ਼ਨ 'ਚ ਚੈੱਕ ਕਰ ਲਓ, ਆਪਸ਼ਨ B ਕੀ ਹੋਗੀ ਤੁਹਾਡੀ ਕਰੈਕਟ ਹੋਗੀ, ਮਾਸ ਇਨਟੂ ਵੈਲੋਸਿਟੀ।
ਇਹ ਕੰਪੋਨੈਂਟ ਹੈ ਮੋਮੈਂਟਮ ਨੂੰ ਕੈਲਕੂਲੇਟ ਕਰਨ ਦੇ ਲਈ। ਨੈਕਸਟ 6th MCQ ਦੇਖੋ, 1 ਨਿਊਟਨ ਇਜ਼ ਇਕੁਅਲ ਟੂ 1 ਨਿਊਟਨ ਕਿਸ ਦੇ ਇਕੁਅਲ ਹੁੰਦਾ। ਦੇਖੋ ਸਭ ਤੋਂ ਪਹਿਲਾਂ ਫੋਰਸ ਦਾ ਫਾਰਮੂਲਾ ਲਿਖੋ। ਫੋਰਸ ਨੂੰ ਆਪਾਂ ਕੈਲਕੂਲੇਟ ਕਿਵੇਂ ਕਰਦੇ ਹਾਂ, ਮਾਸ ਇੰਟੂ ਐਕਸਲੇਸ਼ਨ। ਮਾਸ ਦੀ SI ਯੂਨਿਟ ਕੀ ਹੁੰਦੀ ਹੈ, ਕਿਲੋਗ੍ਰਾਮ। ਐਕਸਲੇਸ਼ਨ ਦੀ ਕੀ ਹੁੰਦੀ ਹੈ, ਮੀਟਰ ਪਰ ਸੈਕਿੰਡ ਸਕੁਏਅਰ। ਠੀਕ ਹੈ ਜੀ, ਕਲੀਅਰ। ਤਾਂ ਦੇਖ ਲਓ ਕਿੱਥੇ ਆਪਸ਼ਨ ਫਸਟ ਏ ਬਿਲਕੁਲ ਕਰੈਕਟ ਹੈ, ਕਿਲੋਗ੍ਰਾਮ ਮੀਟਰ ਪਰ ਸੈਕਿੰਡ ਇੱਦਾਂ ਵੀ ਲਿਖਿਆ ਜਾਂਦਾ ਇਹਨੂੰ। ਕਲੀਅਰ, ਸੋਲਵ ਕਰਕੇ ਦੇਖ ਲਿਆ ਕਰੋ, ਜੇ ਕੋਈ ਚੀਜ਼ ਨਾ ਆਵੇ, ਨਹੀਂ ਤਾਂ ਕਨਫਿਊਜ਼ ਹੋ ਜਾਓਗੇ, ਸੌਰੀ। ਨੈਕਸਟ 7th MCQ, forces acting on a short duration are called। ਜਿਹੜੀ ਵੀ ਫੋਰਸ ਸ਼ਾਰਟ ਡਿਊਰੇਸ਼ਨ ਦੇ ਲਈ ਮਤਲਬ ਸਮੋਲ ਟਾਈਮ ਦੇ ਲਈ ਲਗਾਈ ਜਾਵੇ ਉਸਨੂੰ ਕੀ ਕਿਹਾ ਜਾਂਦਾ ਹੈ, ਸ਼ਾਰਟ ਫੋਰਸ ਨੋ, ਇੰਟਰਵਲ ਫੋਰਸ ਨੋ, ਇੰਟਰਪਟਿੰਗ ਫੋਰਸ ਨੋ, ਇੰਪਲਸਿਵ ਫੋਰਸ। ਆਪਸ਼ਨ ਸੀ ਕਰੈਕਟ ਹੈ, ਇੰਪਲਸਿਵ ਫੋਰਸ ਕਿਹਾ ਜਾਂਦਾ ਜੋ ਅਚਾਨਕ ਫੋਰਸ ਲਗਾਈ ਜਾਵੇ। ਨੈਕਸਟ 8th ਕੁਐਸਚਨ ਦੇਖੋ, ਵਿਚ ਆਫ ਦ ਫੋਲੋਇੰਗ ਇਜ਼ ਟਰੂ ਅਬਾਊਟ ਫੋਰਸ। ਕਿਹੜੀ ਚੀਜ਼ ਕੀ ਹੈ ਕਰੈਕਟ ਹੈ ਫੋਰਸ ਦੇ ਬਾਰੇ। ਫੋਰਸ ਦੇ ਮੈंने ਫੈਕਟਰ ਕਰਵਾਏ ਸੀਗੇ, ਅਗਰ ਤੁਸੀਂ ਉਹ ਕੀਤੇ ਆ ਤਾਂ ਤੁਸੀਂ ਈਜ਼ਲੀ ਦੱਸ ਸਕਦੇ ਹੋ। ਠੀਕ ਹੈ ਜੀ, ਫੋਰਸ ਇਨਵਿਜ਼ੀਬਲ ਹੈ, ਯੈਸ ਫੋਰਸ ਨੂੰ ਦੇਖ ਨਹੀਂ ਸਕਦੇ, ਇੱਕ ਫੀਲ ਕਰਨ ਵਾਲੀ ਚੀਜ਼ ਹੈ। ਫੋਰਸ ਕੈਨ ਮੂਵ ਅ ਬੋਡੀ, ਫੋਰਸ ਦੀ ਹੈਲਪ ਨਾਲ ਆਪਾਂ ਇੱਕ ਆਬਜੈਕਟ ਨੂੰ ਦੂਸਰੀ ਜਗ੍ਹਾ ਲੈ ਕੇ ਜਾ ਸਕਦੇ ਹਾਂ, A ਪੋਜੀਸ਼ਨ ਤੋਂ B ਪੋਜੀਸ਼ਨ ਈਜ਼ਲੀ। ਇਟ ਕੈਨ ਡਿਫਾਰਮ ਅ ਬੋਡੀ, ਯੈਸ ਬੋਡੀ ਦੀ ਸ਼ੇਪ ਚੇਂਜ ਕਰ ਦਿੰਦੇ ਜਿਵੇਂ ਬੈਲੂਨ। ਠੀਕ ਹੈ, ਤੇ ਆਪਸ਼ਨ ਡੀ ਕਰੈਕਟ, ਆਲ ਆਫ ਦੀ ਅਬਵ ਆ ਜਾਊਗਾ ਇਹਦਾ। ਕਲੀਅਰ ਹੋ ਗਿਆ, ਕਿਉਂਕਿ ਸਾਰੀ ਫੈਕਟਰਸ ਨੇ, ਹੋਰ ਵੀ ਬਹੁਤ ਸਾਰੇ ਹੁੰਦੇ ਆ। ਰੈਸਟ 'ਤੇ ਤਾਂ ਮੋਸ਼ਨ 'ਤੇ ਲੈ ਆਊਗੀ, ਮੋਸ਼ਨ 'ਚ ਤਾਂ ਰੈਸਟ 'ਤੇ ਲੈ ਆਊਗਾ ਆਬਜੈਕਟ ਨੂੰ। ਨੈਕਸਟ 9th ਕੁਐਸਚਨ ਦੇਖੋ, ਵਿਚ ਲਾ ਇਜ਼ ਆਲਸੋ ਨੋਨ ਐਜ਼ ਦ ਲਾ ਆਫ ਇਨਰਸ਼ੀਆ। ਕਿਸ ਨੂੰ ਕਿਹਾ ਜਾਂਦਾ, ਕਿਹੜਾ ਲਾ ਇੱਦਾਂ ਦਾ ਜਿਹਨੂੰ ਲਾ ਆਫ ਇਨਰਸ਼ੀਆ ਕਿਹਾ ਜਾਂਦਾ। ਆਪਸ਼ਨਸ ਨਿਊਟਨਸ ਫਸਟ ਲਾ, ਸੈਕਿੰਡ ਲਾ, ਥਰਡ ਲਾ, ਲਾ ਆਫ ਕੰਜ਼ਰਵੇਸ਼ਨ ਆਫ ਮੋਮੈਂਟਮ। ਤਾਂ ਦੇਖੋ ਆਪਸ਼ਨ ਏ ਬਿਲਕੁਲ ਕਰੈਕਟ ਹੈ। ਫਸਟ ਜੋ ਫਸਟ ਲਾ ਹੁੰਦਾ ਮੋਸ਼ਨ ਦਾ ਉਸਨੂੰ ਕੀ ਕਿਹਾ ਜਾਂਦਾ, ਲਾ ਆਫ ਇਨਰਸ਼ੀਆ ਕਿਹਾ ਜਾਂਦਾ। ਕਲੀਅਰ, ਤਾਂ ਇਹ ਆਪਸ਼ਨ ਆ ਗਈ। ਨੈਕਸਟ ਆਪਾਂ ਗੱਲ ਕਰਾਂਗੇ ਲਾਸਟ ਕੁਐਸਚਨ ਦੀ। ਦੇਖੋ ਕਿੰਨੀ ਜਲਦੀ ਹੋ ਜਾਂਦੇ ਕੁਐਸਚਨ। ਏ ਪੈਸੇਂਜਰ ਇਜ਼ ਮੂਵਿੰਗ ਟ੍ਰੇਨ in a moving train tosses a coin that fall behind him, it means that the motion of the train is। ਕਹਿੰਦੇ ਇੱਕ ਪੈਸੇਂਜਰ ਕੀ ਹੈ ਮੂਵ ਕਰ ਰਿਹਾ in a moving train tosses a coin that falls behind him। ਇਹਦਾ ਮਤਲਬ ਕੀ ਹੋਇਆ ਕਿ ਜਦੋਂ ਟ੍ਰੇਨ ਚੱਲ ਰਹੀ ਹੈ ਉਹਨੇ ਟੌਸ ਕੀਤਾ ਤਾਂ ਸਿੱਕਾ ਪਿੱਛੇ ਨੂੰ ਗਿਰ ਗਿਆ। ਤਾਂ ਇਹਦਾ ਮਤਲਬ ਕੀ ਹੈ, ਜਿਹੜਾ ਮੋਸ਼ਨ ਹੈ ਉਹ ਟ੍ਰੇਨ ਦਾ ਮੋਸ਼ਨ ਦੱਸਦਾ ਹੈ। ਤਾਂ ਇਹ ਕੀ ਅਪਲਾਈ ਕਰਦਾ, ਯੂਨੀਫਾਰਮ ਐਕਸਲੇਟਡ ਰਿਟਾਰਡਡ ਅਲੋਂਗ ਸਰਕੂਲਰ ਟਰੈਕ। ਪਹਿਲੀ ਗੱਲ ਟ੍ਰੇਨ ਸਰਕੂਲਰ ਟਰੈਕ 'ਤੇ ਨਹੀਂ ਚੱਲਦੀ, ਯੂਨੀਫਾਰਮ ਸਪੀਡ ਨਹੀਂ ਹੁੰਦੀ, ਸਪੀਡ ਵੱਧਦੀ ਘੱਟਦੀ ਰਹਿੰਦੀ ਹੈ, ਯੂਨੀਫਾਰਮ ਨਹੀਂ ਹੁੰਦੀ। ਰਿਟਾਰਡਡ ਹੁੰਦਾ ਨੈਗੇਟਿਵ ਐਕਸਲੇਸ਼ਨ, ਬਟ ਇਸ ਕੁਐਸਚਨ ਦਾ ਆਨਸਰ ਕੀ ਆਊਗਾ, ਐਕਸਲੇਟਡ। ਕਿਉਂਕਿ ਇਹ ਕੀਤੇ ਡਿਊ ਟੂ ਇਨਰਸ਼ੀਆ, ਮੇਨ ਕਾਰਨ ਕੀ ਹੈ, ਡਿਊ ਟੂ ਇਨਰਸ਼ੀਆ ਜਿਹੜਾ ਕੁਆਇਨ ਹੈ ਉਹ ਪਿੱਛੇ ਨੂੰ ਕੀ ਹੈ ਗਿਰ ਜੂਗਾ। ਠੀਕ ਹੈ ਜੀ, ਇਹ ਕੀ ਇੰਪਲਾਈ ਕਰਦਾ, ਮੋਸ਼ਨ ਆਫ ਟ੍ਰੇਨ ਕੀ ਐਕਸਲੇਟਡ ਬਿਕੋਜ਼ ਆਫ ਦੀ ਇਨਰਸ਼ੀਆ। ਕਲੀਅਰ, ਆਈ ਹੋਪ ਤੁਹਾਨੂੰ ਕੁਐਸਚਨ ਕਲੀਅਰ ਹੋ ਚੁੱਕੇ ਹੈ 10 ਦੇ 10 ਐਂਡ ਆਈ ਹੋਪ ਤੁਸੀਂ ਖੁਦ ਵੀ ਸੋਲਵ ਕੀਤੇ ਆ। ਅਗਰ ਤੁਹਾਨੂੰ MCQs ਅੱਛੇ ਲੱਗਿਆ ਪਲੀਜ਼ ਲਾਈਕ ਕਰਿਓ, ਸ਼ੇਅਰ ਕਰਿਓ ਆਪਣੇ ਫਰੈਂਡਸ ਦੇ ਨਾਲ ਤਾਂ ਕਿ ਉਹ ਵੀ ਤਿਆਰੀ ਕਰ ਪਾਉਣ। ਕਮੈਂਟ ਸੈਕਸ਼ਨ ਦੇ ਵਿੱਚ ਮੈਨੂੰ ਜ਼ਰੂਰ ਦੱਸਿਓ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਹੈ। ਟੈਲੀਗ੍ਰਾਮ ਗਰੁੱਪ ਨੂੰ ਜੁਆਇਨ ਕਰ ਲਓ ਜਿਨ੍ਹਾਂ ਨੇ ਨਹੀਂ ਕੀਤਾ, ਐਂਡ ਪਲੀਜ਼ ਸਬਸਕ੍ਰਾਈਬ ਵੀ ਕਰ ਲਿਓ ਜਿਨ੍ਹਾਂ ਨੇ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ। ਥੈਂਕ ਯੂ ਸੋ ਮਚ।